ਸਾਡੇ ਹਮੇਸ਼ਾ ਐਫਰਟ ਸਹੀ ਰਹਿੰਦੇ ਆ ਜੀ ਕਿ ਤੁਹਾਡਾ ਵੱਧ ਤੋਂ ਵੱਧ ਜਿਹੜਾ ਹੈਗਾ ਟਾਈਮ ਸੇਵ ਹੋ ਜੇ ਤੇ ਤੁਹਾਨੂੰ ਸਿਰਫ ਤੇ ਸਿਰਫ ਐਕਸਪੈਕਟਿਡ ਡਾਟਾ ਮੋਸਟ ਰਿਪੀਟਿਡ ਡਾਟਾ ਜਾਂ ਕਹਿ ਲਓ ਮੋਸਟ ਇੰਪੋਰਟੈਂਟ ਡਾਟਾ ਹੀ ਪ੍ਰੋਵਾਈਡ ਕੀਤਾ ਜਾਵੇ। ਤਾਂ ਅੱਜ ਜਿਹੜਾ ਹੈਗਾ ਆਪਾਂ ਨੇ ਕੀ ਕਰਨਾ ਹੈ, ਜਿਹੜੇ ਪੀਪੀਐਸਸੀ ਦੇ ਪ੍ਰੀਵੀਅਸ ਈਅਰ ਪੇਪਰਸ ਨੇ ਜਿਹੜੇ ਕਿ ਵੈਬਸਾਈਟ ਤੇ ਵੀ ਅਵੇਲੇਬਲ ਹੈਗੇ ਨੇ ਬਟ ਰੈਂਡਮ ਆਰਡਰ ਦੇ ਵਿੱਚ। ਹੁਣ ਇਹਦੇ ਵਿੱਚ ਕੀ ਹੈਗਾ ਜੀ, ਇਹ ਅਬਾਊਟ 55 ਪੇਪਰਸ ਨੇ ਪੀਪੀਐਸਸੀ ਦੇ ਸਾਰੇ। ਹੁਣ ਜੇ ਤੁਸੀਂ ਨੈਬ ਤਹਿਸੀਲਦਾਰ ਦਾ ਪੇਪਰ ਦੇ ਰਹੇ ਹੋ, ਜੇ ਤੁਸੀਂ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਦੇਣ ਜਾ ਰਹੇ ਹੋ ਜਾਂ ਹੋਰ ਕੋਈ ਵੀ ਪੇਪਰ ਦੇਣ ਜਾ ਰਹੇ ਹੋ, ਤੁਹਾਨੂੰ ਆਬਵੀਅਸਲੀ ਇਹ ਸਾਰੇ ਕੁਐਸਚਨਸ ਤਾਂ ਕਰਨੇ ਪੈਣਗੇ। ਬਟ ਪ੍ਰੋਬਲਮ ਕੀ ਹੈਗੀ ਹੈ, ਇਹ ਸਾਰੇ ਕੁਐਸਚਨਸ ਦੇ ਵਿੱਚ ਕੋਈ ਨਾ ਕੋਈ ਕੁਐਸਚਨਸ ਇਸ ਤਰ੍ਹਾਂ ਦੇ ਵੀ ਹੈ ਜਿਹੜੇ ਇਰਰੈਲੇਵੈਂਟ ਨੇ, ਜਿਹੜੇ ਕਿ ਹੁਣ ਤੁਹਾਡੇ ਲਈ ਇੰਪੋਰਟੈਂਟ ਰਹੇ ਨਹੀਂ। ਤਾਂ ਜੇ ਤੁਸੀਂ ਇਸ ਪੇਪਰ 'ਚੋਂ ਕਰੋਗੇ ਤੁਹਾਡਾ ਬਹੁਤ ਟਾਈਮ ਵੇਸਟ ਹੋਏਗਾ। ਕਹਿਣ ਦਾ ਮਤਲਬ ਇਹ ਹੈ ਕਿ ਕੁਝ ਕੁਐਸਚਨਸ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਹੁਣ ਸਿਲੇਬਸ 'ਚ ਹੀ ਨਹੀਂ, ਕੁਝ ਕਰੰਟ ਅਫੇਅਰਸ ਨੇ, ਤਾਂ ਇਹਨਾਂ 'ਚੋਂ ਰੈਲੇਵੈਂਟ ਤੇ ਇਰਰੈਲੇਵੈਂਟ ਕੁਐਸਚਨਸ ਨੇ। ਹੁਣ ਇਹਦਾ ਸੋਲੂਸ਼ਨ ਕੀ ਹੈਗਾ, ਆਪਾਂ ਨੇ ਕੀ ਕੀਤਾ ਹੋਇਆ ਕਿ ਆਪਾਂ ਨੇ ਸਿਰਫ ਇੰਪੋਰਟੈਂਟ ਡਾਟਾ ਹੀ ਅਲੱਗ ਕੀਤਾ ਹੋਇਆ। ਉਹਦੇ ਵਿੱਚੋਂ ਜਿੰਨੇ ਵੀ ਕੁਐਸਚਨਸ ਨੇ ਜਿਹੜੇ ਆਪਣੇ ਮਤਲਬ ਦੇ ਨੇ ਉਹਨਾਂ ਨੂੰ ਅਲੱਗ ਕਰਕੇ ਫਾਈਲ ਬਣਾਈ ਹੋਈ ਹੈ। ਤਾਂ ਉਹਦੇ ਵਿੱਚੋਂ ਆਪਾਂ ਕੁਐਸਚਨਸ ਕਰਾਂਗੇ। ਕੁਐਸਚਨਸ ਕਰਨੇ ਤਾਂ ਪੈਣਗੇ, ਤੁਸੀਂ ਜਦੋਂ 5-6 ਪੇਪਰਸ ਕਰੋਗੇ ਨਾ ਪ੍ਰੀਵੀਅਸ ਈਅਰ ਕੁਐਸਚਨਸ, ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਵੀ ਕਿੰਨੇ ਕੁਐਸਚਨਸ ਰਿਪੀਟ ਹੁੰਦੇ ਨੇ। ਤਾਂ ਸਟਾਰਟ ਕਰਦੇ ਆ ਜੀ। ਪਹਿਲਾਂ 2 ਵੀਡੀਓਸ ਆਲਰੇਡੀ ਆਪਾਂ ਅਪਲੋਡ ਕਰ ਚੁੱਕੇ ਹਾਂ ਨੂੰ ਲੈ ਕੇ, ਤੇ ਅਬਾਊਟ ਆਪਣੇ ਜਿਹੜੇ ਹੈਗੇ ਨੇ 30 ਕੁਐਸਚਨਸ ਹੋ ਚੁੱਕੇ ਨੇ। ਤਾਂ ਆਪਾਂ 31 ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਨਾਲ ਨਾਲ ਥੋੜਾ ਜਿਹਾ ਸਮਝਾਂਗੇ ਵੀ, ਠੀਕ ਹੈ। ਬਾਕੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਹੈਗਾ ਕਨਸੈਪਟ ਤਾਂ ਹੁਣ ਕਾਫੀ ਕਲੀਅਰ ਹੋਣਗੇ, ਤਿਆਰੀ ਕਾਫੀ ਹੋ ਚੁੱਕੀ ਹੋਏਗੀ। ਤਾਂ ਉਸ ਤਿਆਰੀ ਦੇ ਲਾਸਟ ਐਫਰਟਸ ਨੂੰ ਲੈ ਕੇ ਆਪਾਂ ਅੱਜ ਇਹ ਡਿਸਕਸ਼ਨ ਕਰਾਂਗੇ। ਹੁਣ ਇਹਦੇ ਵਿੱਚ ਕੀ ਹੈ ਜੀ, ਅਕੋਰਡਿੰਗ ਟੂ ਇੰਡੀਅਨ ਕਨਸਟੀਟਿਊਸ਼ਨ ਅਲਟੀਮੇਟ ਸੋਵਰਨਿਟੀ ਲਾਈਜ਼ ਵਿਦ। ਤਾਂ ਆਬਵੀਅਸਲੀ ਹੁਣ ਸੋਵਰੇਨ ਦਾ ਕੀ ਮਤਲਬ ਹੁੰਦਾ ਹੈ, ਕਨਸਟੀਟਿਊਸ਼ਨ ਕੀ ਹੁੰਦਾ ਹੈ, ਉਹ ਅੱਜ ਦੀ ਕਲਾਸ ਦੇ ਵਿੱਚ ਡਿਸਕਸ਼ਨ ਨਹੀਂ ਹੋਏਗੀ। ਆਪਾਂ ਨੇ ਪ੍ਰੀਵੀਅਸ ਈਅਰ ਕੁਐਸਚਨਸ ਕਰਨੇ ਨੇ। ਤਾਂ ਇਹਦੇ ਵਿੱਚ ਕੀ ਹੈਗਾ, ਜੇ ਕਿਸੇ ਨੂੰ ਡਾਊਟਸ ਆਉਂਦਾ ਤੁਸੀਂ ਵੀਡੀਓਸ 'ਚ ਦੇਖ ਸਕਦੇ ਹੋ, ਆਲਰੇਡੀ ਅਪਲੋਡਡ ਹੈਗੀਆਂ ਨੇ, ਕਨਸੈਪਟ ਸਮਝ ਸਕਦੇ ਹੋ। ਤਾਂ ਇਹਦਾ ਆਨਸਰ ਕੀ ਹੋਏਗਾ, ਦਾ ਪੀਪਲ। ਸਭ ਤੋਂ ਉੱਪਰ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਹੀ ਮੰਨਿਆ ਗਿਆ। ਤਾਂ ਇਹਦਾ ਆਨਸਰ ਜਿਹੜਾ ਹੈਗਾ ਜੀ ਇਸ ਤਰ੍ਹਾਂ ਹਾਈਲਾਈਟ ਕੀਤਾ ਹੋਇਆ ਵੀ ਤੁਹਾਨੂੰ ਆਨਸਰਸ ਦੇਖਣ ਦੇ ਲਈ ਵੀ ਤੁਹਾਡਾ ਟਾਈਮ ਨਾ ਵੇਸਟ ਹੋਵੇ। ਅ ਸੈਸ਼ਨ ਆਫ ਦਾ ਪਾਰਲੀਮੈਂਟ ਕੈਨ ਓਨਲੀ ਬੀ ਸਮਨਡ ਬਾਈ। ਤਾਂ ਜਿਹੜਾ ਸੈਸ਼ਨ ਹੈਗਾ ਉਹਨੂੰ ਕੌਣ ਸਮਨ ਕਰਦਾ ਜੀ, ਹਮੇਸ਼ਾ ਪ੍ਰੈਜ਼ੀਡੈਂਟ। ਉਸ ਤੋਂ ਬਾਅਦ ਹੈਗਾ ਫਿਲਾਮੈਂਟ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਇਜ਼ ਲੋਕੇਟਡ ਇਨ। ਤਾਂ ਫਿਲਾਮੈਂਟ ਕਿੱਥੇ ਹੈ ਜੀ, ਪੁਣੇ। ਹੁਣ ਆਬਵੀਅਸਲੀ ਜੇ ਕੁਐਸਚਨਸ ਰਿਪੀਟ ਹੋ ਸਕਦੇ ਨੇ ਤਾਂ ਇਹ ਕੁਐਸਚਨ ਤੁਸੀਂ ਕਿਸੇ ਵੀ ਕੇਸ ਦੇ ਵਿੱਚ ਛੱਡ ਨਹੀਂ ਸਕਦੇ ਜੀ। ਪ੍ਰਾਇੋਰਟੀ ਤੇ ਤੁਹਾਨੂੰ ਇਹੀ ਕੁਐਸਚਨ ਕਰਨੇ ਚਾਹੀਦੇ ਨੇ। ਕਲੋਰੋਫਿਲ ਇਜ਼ ਨੈਚੁਰਲੀ ਅਕਰਿੰਗ ਕੰਪਾਊਂਡ ਇਨ ਵਿਚ ਸੈਂਟਰਲ ਮੈਟਲ। ਤਾਂ ਇਹਦਾ ਆਨਸਰ ਹੈਗਾ ਜੀ ਮੈਗਨੀਸ਼ੀਅਮ। ਹੁਣ ਇਹਦਾ ਜਿਹੜਾ ਕਨਸੈਪਟ ਆ ਉਹ ਕਾਫੀ ਡਿਟੇਲਸ ਹੈਗਾ। ਤਾਂ ਤੁਸੀਂ ਕਹੋਗੇ ਤਾਂ ਸਾਇੰਸ ਮੈਨੂੰ ਆਉਂਦੀ ਨਹੀਂ, ਸਾਇੰਸ ਦਾ ਮੈਂ ਬੈਕਗ੍ਰਾਉਂਡ ਦਾ ਹੈ ਹੀ ਨਹੀਂ। ਤਾਂ ਤੁਸੀਂ ਜਿਹੜਾ ਹੈਗਾ ਬੇਸਿਕ ਸਾਇੰਸ ਕਰਨੀ ਚਾਹੀਦੀ ਹੈ ਤੁਹਾਨੂੰ। ਐਵੇਂ ਕਹਿ ਕੇ ਛੱਡ ਦੋਗੇ ਤਾਂ ਗੱਲ ਨਹੀਂ ਬਣੇਗੀ, ਕਰਨਾ ਤਾਂ ਪਏਗਾ, ਠੀਕ ਹੈ। ਤਾਂ ਸਾਇੰਸ ਦੇ ਬੇਸਿਕ ਲੈਕਚਰਸ ਹੈਗੇ ਨੇ, ਬਹੁਤ ਹੀ ਲਿਮਿਟਿਡ ਨੇ, ਤੁਸੀਂ ਉਹ ਇੱਕ ਵਾਰ ਸੁਣ ਲਓ, ਤੁਹਾਡੀ ਪੀਪੀਐਸਸੀ ਦੀ ਜਾਂ ਬਾਕੀ ਪੇਪਰਾਂ ਦੀ ਤਸੱਲੀ ਨਾਲ ਤਿਆਰੀ ਹੋ ਜਾਏਗੀ। ਹੁਣ ਅਗਲਾ ਕੁਐਸਚਨ ਦੇਖਦੇ ਹਾਂ, ਮਲੇਰੀਆ ਇਜ਼ ਕਾਜ਼ਡ ਬਾਈ। ਤਾਂ ਇਹ ਸਟੂਡੈਂਟਸ ਕਾਫੀ ਗਲਤ ਕਰ ਦਿੰਦੇ ਆ, ਜਿਨ੍ਹਾਂ ਨੇ ਨਾ ਪੜਿਆ ਹੋਵੇ ਜਲਦੀ ਤੋਂ ਜਲਦੀ ਆਨਸਰ ਉਹ ਵਾਇਰਸ ਲਾ ਦਿੰਦੇ ਆ। ਤਾਂ ਮਲੇਰੀਆ ਇਜ਼ ਕਾਜ਼ਡ ਬਾਈ ਪ੍ਰੋਟੋਜ਼ੋਆ। ਇਹ ਕੁਐਸਚਨ ਨੂੰ ਮੈਂ ਫੇਰ ਰਿਪੀਟ ਕਰ ਦਿੰਦਾ ਜੀ। ਮੈਕਸਿਮਮ ਸਟੂਡੈਂਟਸ ਇਹ ਕੁਐਸਚਨ ਗਲਤ ਕਰਦੇ ਨੇ, ਤਾਂ ਇਹਨੂੰ ਧਿਆਨ ਵਿੱਚ ਰੱਖਿਓ। ਮਲੇਰੀਆ ਇਜ਼ ਕਾਜ਼ਡ ਬਾਈ ਪ੍ਰੋਟੋਜ਼ੋਆ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਚਲੋ, which of the following is not a specialized agency of the UN। ਤਾਂ UN ਦੀ ਸਪੈਸ਼ਲਾਈਜ਼ਡ ਏਜੰਸੀ ਕਿਹੜੀ ਨਹੀਂ ਹੈ। ਤਾਂ ਆਪਾਂ UN ਦੀਆਂ ਬੇਸਿਕ ਲੈਕਚਰ ਦੇ ਵਿੱਚ ਏਜੰਸੀਜ਼ ਪੜ੍ਹਦੇ ਆ ਸਾਰੀਆਂ, ਤਾਂ ਜੇ ਉਹ ਪੜ੍ਹੀਆਂ ਹੋਈਆਂ ਨੇ ਬਹੁਤ ਈਜ਼ੀ ਕੁਐਸਚਨ ਹੈ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨਹੀਂ ਹੈ। ਇਨ ਇੰਡੀਆ ਇਨਫਲੇਸ਼ਨ ਇਜ਼ ਮੇਜ਼ਰਡ ਬਾਈ। ਬੇਸਿਕ ਇਕਨੋਮੀ ਦਾ ਲੈਕਚਰ। ਤਾਂ ਇਕਨੋਮੀ ਦੇ ਵਿੱਚ ਆਪਾਂ ਬੇਸਿਕ ਪੜ੍ਹਦੇ ਆ ਜੀ ਇਨਫਲੇਸ਼ਨ ਕਿਵੇਂ ਮੇਜ਼ਰ ਹੁੰਦਾ ਹੈ, ਹੋਲਸੇਲ ਪ੍ਰਾਈਸ ਇੰਡੈਕਸ ਨੰਬਰ ਨਾਲ। ਤਾਂ WPI CPI ਵੈਸੇ ਮੋਸਟ ਰਿਪੀਟਡ ਟੌਪਿਕ ਹੈਗਾ। Who is known as father of white revolution। ਤਾਂ ਇਸ ਤਰ੍ਹਾਂ ਦੇ ਫਾਦਰ ਆਪਾਂ ਨੇ 12-13 ਪੜ੍ਹੇ ਹੋਏ ਨੇ, ਤਾਂ ਉਹਦੇ 'ਚ ਇਹ ਵੀ ਪੜ੍ਹਿਆ ਹੋਇਆ ਜੀ, V ਕੁਰੀਆ। Which of the following organization looks after the credit needs of the agriculture and rural development in India। ਤਾਂ ਇਹ ਇੰਪੋਰਟੈਂਟ ਹੈ ਜੀ, ਕਨਫਿਊਜ਼ ਹੋ ਸਕਦੇ ਹੋ, ਨਬਾਰਡ ਵੀ ਆਨਸਰ ਲਾ ਸਕਦੇ ਹੋ, ਪਰ ਇਹਦਾ ਆਨਸਰ ਹੈਗਾ ICAR, ਇੰਡੀਅਨ ਕਾਉਂਸਿਲ ਆਫ ਐਗਰੀਕਲਚਰ ਰਿਸਰਚ। ਤਾਂ ਇਹ ਵੀ ਕਾਫੀ ਇੰਪੋਰਟੈਂਟ ਹੈ ਜੀ।
ਹੁਣ ਉਸ ਤੋਂ ਬਾਅਦ ਇਹ ਕੁਐਸਚਨ ਦੇ ਵਿੱਚ ਕੀ ਹੈਗਾ, ਗ੍ਰਾਂਟ ਇਨ ਏਡਸ, ਤਾਂ ਜਿਹੜਾ ਕੰਸੋਲੀਡੇਟਡ ਫੰਡ ਆਫ ਇੰਡੀਆ ਪੜ੍ਹਦੇ ਆਪਾਂ, ਉਹਦੇ ਵਿੱਚੋਂ ਜਿਹੜੀਆਂ ਗ੍ਰਾਂਟਸ ਦੇਣੀਆਂ ਸਟੇਟਸ ਨੂੰ, ਉਹਨੂੰ ਕੌਣ ਮੈਨੇਜ ਕਰਦਾ ਹੈ? ਤਾਂ ਇਹ ਕੁਐਸਚਨ ਦਾ ਆਨਸਰ ਕੀ ਹੋਏਗਾ ਜੀ, ਫਾਈਨੈਂਸ ਕਮਿਸ਼ਨ। ਤਾਂ ਆਰਟੀਕਲ 280 ਫਾਈਨੈਂਸ ਕਮਿਸ਼ਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਇਹੀ ਚੀਜ਼ ਸਮਝਾਈ ਜਾਂਦੀ ਹੈ, ਬਹੁਤ ਹੀ ਲਿਮਿਟਡ ਜਿਹਾ ਡਾਟਾ ਹੈਗਾ ਉਹਦਾ ਵੀ। ਉਡਾਨ, ਉੜੇ ਦੇਸ਼ का ਆਮ ਨਾਗਰਿਕ, ਤਾਂ 2015 ਤੋਂ ਲੈ ਕੇ 2022 ਤੱਕ, ਵੈਸੇ ਤਾਂ 2014 ਤੋਂ ਲੈ ਕੇ 2022 ਤੱਕ ਇੱਕ ਆਰਡਰ ਦੇ ਵਿੱਚ ਆਪਾਂ ਲਿਮਿਟਡ ਜਿਹੀਆਂ ਗਵਰਨਮੈਂਟ ਸਕੀਮਸ ਪੜ੍ਹਦੇ ਆ, ਜਿਹੜੀਆਂ ਕਿ ਮੋਸਟ ਰਿਪੀਟਡ ਨੇ, ਜਿਹੜੀਆਂ ਕਿ ਹਲੇ ਵੀ ਪੇਪਰ ਦੇ ਵਿੱਚ ਆਉਂਦੀਆਂ ਤੇ ਅਗਲੇ ਸਾਲ ਤੱਕ ਵੀ ਆਉਂਦੀਆਂ ਰਹਿਣਗੀਆਂ। ਤਾਂ ਉਹ ਤੁਸੀਂ ਨਹੀਂ ਛੱਡ ਸਕਦੇ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤਾਂ 2015 ਚ ਆਈ ਸੀ ਸਕੀਮ, ਹੁਣ ਕੀ ਕਰਨਾ ਹੈ। ਤੁਹਾਨੂੰ ਬੇਸਿਕ ਜਿਹਾ ਆਈਡੀਆ ਹੋਣਾ ਚਾਹੀਦਾ ਹੈ, ਬਹੁਤ ਜ਼ਿਆਦਾ ਡਿਟੇਲਸ ਪੜ੍ਹਨ ਦੀ ਰਿਕੁਆਇਰਮੈਂਟ ਨਹੀਂ ਹੈ। ਜਿਵੇਂ ਦੇਖੋ ਕੀ ਪੁੱਛਿਆ ਹੋਇਆ ਵੀ ਉਹਦਾ ਗੋਲ ਕੀ ਹੈ, ਤਾਂ ਜੇ ਤੁਹਾਨੂੰ ਵੈਸੇ ਹੀ ਪਤਾ ਉੜੇ ਦੇਸ਼ ਦਾ ਆਮ ਨਾਗਰਿਕ, ਤਾਂ ਤੁਸੀਂ ਆਪਣੇ ਆਪ ਇਹਨੂੰ ਆਨਸਰ ਲਾ ਸਕਦੇ ਹੋ। ਸਕੋਪ ਅਵਾਰਡਸ, ਤਾਂ ਅਵਾਰਡਸ ਦੇ ਉੱਤੇ ਕੁਐਸਚਨ ਆਉਂਦਾ ਰਹਿੰਦਾ ਜੀ, ਕਾਫੀ ਵਾਰ ਤੁਸੀਂ ਦੇਖਿਆ ਹੋਏਗਾ। ਤਾਂ ਇਹਦਾ ਆਨਸਰ ਹੈਗਾ ਜੀ ਕੰਟਰੀਬਿਊਸ਼ਨ ਆਫ ਪਬਲਿਕ ਐਂਟਰਪ੍ਰਾਈਜ਼ਸ, ਵੀ ਪਬਲਿਕ ਐਂਟਰਪ੍ਰਾਈਜ਼ਸ ਦਾ ਕੀ ਯੋਗਦਾਨ ਹੈਗਾ, ਕੀ ਰੋਲ ਪਲੇ ਕਰਦੇ ਨੇ, ਉਸ ਚੀਜ਼ ਦੇ ਉੱਤੇ ਲੈ ਕੇ ਅਵਾਰਡਸ ਦਿੱਤੇ ਜਾਂਦੇ ਨੇ। मोस्ट रिपीटेड क्वेश्चन आएगा जी, फर्स्ट रिवराइन आइलैंड डिस्ट्रिक्ट, बहुत ही रिपीटेड डिस्ट्रिक्ट, मजुली, मजुली काफी इंपॉर्टेंट है, ता रुकिया जी जाके एक बार फिर पढ़ लो, मजुली, क्लियर है जी। चलो उस तो बाद हैगा जी, वेयर इज द सेंटर फॉर आर्टिफिशियल इंटेलिजेंस एंड रोबोटिक्स लोकेटेड इन इंडिया। ये इन्ना ज्यादा इंपॉर्टेंट नहीं है, फिर भी चलो पढ़ लेने हैं, बेंगलुरु दे विच है। नैक्सट हुण इस तो बाद की हैगा जी, हुण जिवें करंट अफेयर्स है, तो करंट अफेयर्स का इस टाइम ते नहीं होएगा, जिहड़ा हैगा वो पढ़ लो। जदों तुसीं करंट अफेयर दे इस तरह के क्वेश्चंस करदे हो तो ऑब्वियसली ये तो नहीं फोकस करोगे, पर इस टाइम ते कौन है वो तुहानूं पता होना चाहिए। हू अमंग द फॉलोइंग हेडेड पंजाब्स एक्सपर्ट ग्रुप ऑन, तो ये जिहड़ा हैगा जी डेट वेवर, कर्जा माफी दे लई किहनूं बनाया गया सीगा, टी हेक, ये भी छड्ड सकदे हो। मोस्ट इंपॉर्टेंट, तो जिवें इस टाइम ते की चल रहा है जी, भारत स्टेज नॉर्म्स किहड़े चल रहे ने, तो ये आपां साइंस एंड टेक इशूज भी पढ़ते हैं, वैसे रैंडम भी पढ़ते हैं कि इस टाइम दे उत्ते ऑटोमोबाइल्स दे विच भारत स्टेज 6 नॉर्म्स यूज हो रहे ने, उत्ते पढ़ते ही आपां जी, बहुत ईजी हैगा। तो 4 तो आपां डायरेक्ट 6 ते आ गए सी, कुछ इस तरह का पढ़िया सीगा। विच ऑफ द फॉलोइंग इज नॉट करेक्ट या इनकरेक्ट, तो इतों पहली गल तो सीखण नूं मिलती है कि क्वेश्चन नूं ध्यान नाल पढ़ना चाहिए भी विच ऑफ द फॉलोइंग इज करेक्ट पूछा होया है कि इनकरेक्ट पूछा होया है। उस तो बाद जिहड़ा हैगा एज इट इज क्वेश्चन रिपीट हो सकता है, तुसी बस इहनूं याद कर लो भी इहदे विचों गलत किहड़ा, प्यूर्टो रिको ट्रेंक पैसिफिक ओशियन, इहदा ये मतलब बिल्कुल नहीं है तुसी बाकी सारे ट्रेंड च पढ़ रहे हो, सिर्फ बस आही क्वेश्चन पढ़ लो भी एज इट इज यही रिपीट हो सकता है। तो इसका आंसर हैगा भी आह गलत है, विच ऑफ द फॉलोइंग इज इनकरेक्ट, प्यूर्टो रिको ट्रेंच पैसिफिक ओशियन, यह गलत है। बस बहुत ही बेसिक क्वेश्चन है ये अगला था। उस तो बाद हैगा ये भी बहुत ही बेसिक है, इन विच कंट्री छाबार पोर्ट, तो ये क्वेश्चन जिहड़ा हैगा पता ही नहीं कितनी बार किहड़े-किहड़े पेपर दे विच आ चुके हैं जी, छाबार पोर्ट, डाउट आ जाता है, कई स्टूडेंट्स इहनूं अफगानिस्तान ला दिंदे ने, बहुत ही ज्यादा रिपीटेड क्वेश्चन है जी, बहुत ही ज्यादा मतलब बहुत ही ज्यादा। तो छाबार पोर्ट कित्थे है, ईरान दे विच है। बस कोई यदि ज्यादा डिटेल्स नहीं पढ़नी भी कदों बनिया सी, किसने बनवाया सी, की बेनिफिट्स ने, की प्रॉब्लम्स आ रही ने, यही जी स्टडी करने की कोई रिक्वायरमेंट नहीं है। थोनू सिर्फ ये पता होना चाहिए भी छाबार पोर्ट कित्थे है, ईरान दे विच है। हू अमंग द फॉलोइंग जफरनामा, तो सारा नहीं पता होगा जी। उस तो बाद आ गया जी, लो रिपीट रिप्लेस बी द रिपीटेड मोस्ट इंपॉर्टेंट मोस्ट फेमस क्वेश्चन, कागज ते कैनवस, अमृता प्रीतम, अदर वेच भी पूछा जा सकता है, ता कागज ते कैनवस, अमृता प्रीतम। लोकमान्य किसनू किया जाता है, बाल गंगाधर तिलक, बाल गंगाधर तिलक, बीजी तिलक, लोकमान्य बीजी तिलक, बहुत ही इंपॉर्टेंट, बहुत ही इजी। विच ऑफ द फॉलोइंग इज नॉट अ मिक्सचर, तो तुसी कहोगे जी मिक्सचर की हुंदा, कह सकते हो, तो पता ही होना चाहिए जी, नहीं तो बेसिक साइंस के लेक्चर्स लाओ। साइंस दे सिर्फ ते सिर्फ 3 लेक्चर्स ने, साइंस दे सिर्फ ते सिर्फ अबाउट 20 पेजेस दे नोट्स ने,
ਤੁਸੀਂ ਉਹ ਕਰ ਲਓ, ਆਉਣ ਵਾਲੇ ਜਿਹੜੇ ਮਰਜ਼ੀ ਪੇਪਰ ਨੇ ਤਸੱਲੀ ਨਾਲ ਤੁਹਾਡਾ ਹੋ ਜਾਏਗਾ ਸਾਰਾ, ਬਿਨਾ ਮਤਲਬ ਤੋਂ ਬਹੁਤ ਜ਼ਿਆਦਾ ਡਿਟੇਲਸ ਨਹੀਂ ਪੜਨਾ ਚਾਹੀਦਾ ਸਾਇੰਸ। ਇਨਫਰਾਰੈਡ ਲਾਈਟ ਤਾਂ ਨਾਈਟ ਵਿਜ਼ਨ ਡਿਵਾਈਸਿਸ ਤਾਂ ਕਿਹੜੀ ਯੂਜ਼ ਕਰਦੀ ਹੈ? ਇਨਫਰਾਰੈਡ ਲਾਈਟ। ਰਿਮੋਟ ਦੇ ਵਿੱਚ ਵੀ ਆਪਾਂ ਇਹੀ ਪੜਦੇ ਆ, ਤਾਂ ਇਹ ਵੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੁਐਸਚਨ ਰਿਪੀਟ ਹੋ ਜਾਂਦਾ ਹੈ। ਦਾ ਬਾਰੀ, ਬਾਰੀ ਨਾਮ ਤੋਂ ਕਲੀਅਰ ਹੈ, ਬਿਆਸ ਤੇ ਰਾਵੀ, ਬਾਰੀ ਬਿਆਸ ਤੇ ਰਾਵੀ, ਛੱਜ ਚਿਨਾਬ ਤੇ ਜੇਲਮ, ਤਾਂ ਪੰਜਾਬ ਜੀਕੇ ਦੇ ਵਿੱਚ ਤੁਹਾਨੂੰ ਇਹ ਸਾਰਾ ਪੜਾਇਆ ਜਾਂਦਾ ਹੈ। Which of the following does not describe a metal? ਤਾਂ metals, non metals, metalloids ਸਮਝਦੇ ਹੋਵੋਗੇ ਕੀ ਹੁੰਦਾ ਹੈ। ਤਾਂ ਬਾਕੀ ਸਾਰੀਆਂ ਪ੍ਰੋਪਰਟੀਆਂ ਹੈਗੀਆਂ ਨੇ 8th ਕਲਾਸ ਦੇ ਵਿੱਚ ਪੜ੍ਹਦੇ ਆ, ਪ੍ਰੋਪਰਟੀਜ਼ ਆਫ ਮੈਟਲਸ, ਨॉन ਮੈਟਲਸ, ਤਾਂ ਇਹ ਨਹੀਂ ਹੈ। Who founded ਗਦਰ ਪਾਰਟੀ? ਲਾਲਾ ਹਰਦਿਆਲ। ਗਦਰ ਪਾਰਟੀ ਕਿਸਨੇ ਫਾਰਮ ਕੀਤੀ? ਲਾਲਾ ਹਰਦਿਆਲ। Which constitution amendment act deals with पंचायती राज institution? बहुत ही इंपॉर्टेंट, 73rd 74th, तो ਇਹਦਾ ਆਨਸਰ ਹੈਗਾ 73rd। ਅਮੈਂਡਮੈਂਟਸ 105 ਹੋ ਚੁੱਕੀਆਂ ਨੇ, ਆਪਾਂ ਪਰ 15 ਪੜ੍ਹਦੇ ਆ, ਉਹ ਚੋਂ ਹੀ ਕੁਐਸਚਨ ਆਂਦਾ ਕਿਉਂਕਿ ਹਮੇਸ਼ਾ ਸਾਰੇ ਦੀਆਂ ਸਾਰੀਆਂ ਪੜ੍ਹਨੀਆਂ ਪੋਸੀਬਲ ਵੀ ਨਹੀਂ ਹੈ ਤੇ ਇੰਪੋਰਟੈਂਟ ਵੀ ਨਹੀਂ ਹੈ, ਰਿਕੁਆਇਰਡ ਵੀ ਨਹੀਂ ਹੈ, ਪਰ 15 ਪੜ੍ਹਨ ਬਿਨਾ ਕੰਮ ਵੀ ਨਹੀਂ ਚੱਲਣਾ, 15 ਤਾਂ ਪੜ੍ਹਨੀਆਂ ਹੀ ਪੈਣੀਆਂ ਨੇ। ਚਲੋ, ਈਸਟ ਇੰਡੀਆ ਕੰਪਨੀ ਐਨੈਕਸਡ ਪੰਜਾਬ 1849, ਤਾਂ ਪਹਿਲਾ ਐਂਗਲੋ ਸਿੱਖ ਵਾਰ 1845-46, ਦੂਜਾ 49 ਪੜ੍ਹਦੇ ਆ ਜੀ ਇਹ ਤਾਂ। ਚਲੋ, ਅ ਜੱਜ ਆਫ ਸੁਪਰੀਮ ਕੋਰਟ ਕੈਨ ਬੀ ਇੰਪੀਚਡ ਬਾਈ, ਤਾਂ ਸੁਪਰੀਮ ਕੋਰਟ ਦੇ ਜੱਜ ਨੂੰ ਜੇ ਇੰਪੀਚ ਕਰਨਾ ਹੈ, ਇਹਦਾ ਆਨਸਰ ਪ੍ਰੈਜ਼ੀਡੈਂਟ ਨਹੀਂ ਹੈ। ਦੇਖੋ ਬਹੁਤ ਇੰਪੋਰਟੈਂਟ ਹੈ, ਜਿਵੇਂ ਆਪਾਂ ਉਹੀ ਚੀਜ਼ ਕਰਦੇ ਆ ਨਾ ਵੀ ਜੇ ਇਹ ਹੋਏਗਾ ਤਾਂ ਕੀ ਜੇ ਦੇਖੋ ਆਪਾਂ ਨੇ ਇਹੋ ਜਿਹੇ 50-60 ਤਰੀਕੇ ਵੀ ਕੀਤੇ ਹੋਏ ਨੇ ਵੀ ਜੇ ਮੰਨ ਲਓ ਤੁਹਾਨੂੰ ਕੁਐਸਚਨ ਨਹੀਂ ਆਂਦਾ, ਤੁਸੀਂ ਆਨਸਰ ਲਾ ਕੇ ਆਣਾ ਹੈ, ਤਾਂ ਪ੍ਰਾਇੋਰਟੀ ਤੇ ਜਾਂ ਪ੍ਰੈਫਰੈਂਸ ਤੇ ਕੀ ਲਾਣਾ ਚਾਹੀਦਾ ਹੈ। ਜਿਵੇਂ ਇੱਕ ਅੱਧੀ ਐਗਜ਼ਾਮਪਲ ਦੇਵਾਂ ਤੁਹਾਨੂੰ, ਮੰਨ ਲਓ ਕੋਈ ਟੈਕਨੋਲੋਜੀ ਤੇ ਕੁਐਸਚਨ ਆਇਆ ਤਾਂ ਚਾਈਨਾ ਲਾ ਦਿਓ, ਪਰ 5G ਟੈਕਨੋਲੋਜੀ ਹਮੇਸ਼ਾ ਸਾਊਥ ਕੋਰੀਆ ਲਾਣਾ ਹੈ। ਉਵੇਂ ਜੇ ਆਪਸ਼ਨ ਦੇ ਵਿੱਚ ਪੋਲਿਟੀ ਦਾ ਕੁਐਸਚਨ ਆਇਆ, ਪ੍ਰੈਜ਼ੀਡੈਂਟ ਹੈਗਾ ਤਾਂ ਪ੍ਰੈਜ਼ੀਡੈਂਟ ਲਾ ਲਓ, ਜੇ ਡਿਊਰੇਸ਼ਨ ਵਾਲਾ ਕੁਐਸਚਨ ਆਇਆ ਤਾਂ 6 ਮੰਥਸ ਲਾ ਦਿਓ। ਤਾਂ ਇਹੋ ਜਿਹੇ ਵੀ 50-60 ਤਰੀਕੇ ਹੈਗੇ ਨੇ ਜਿਹੜੇ ਕਿ ਤੁਹਾਡੇ ਆਪਸ਼ਨ ਨੂੰ ਜਾਂ ਕੁਐਸਚਨ ਨੂੰ ਸਹੀ ਹੋਣ ਦੀ ਪੋਸਿਬਿਲਿਟੀ ਵਧਾ ਦਿੰਦੇ ਨੇ, ਤਾਂ ਉਹ ਚੀਜ਼ਾਂ ਵੀ ਪਤਾ ਹੋਣੀਆਂ ਚਾਹੀਦੀਆਂ ਨੇ। ਪਾਰਲੀਮੈਂਟ, ਠੀਕ ਹੈ ਜੀ, ਫੇਰ ਰਿਪੀਟ ਕਰਦੇ ਆ, ਸੁਪਰੀਮ ਕੋਰਟ ਦੇ ਜੱਜ ਨੂੰ ਜੇ ਇੰਪੀਚ ਕਰਨਾ ਹੈ ਤਾਂ ਪਾਰਲੀਮੈਂਟ ਆਏਗਾ ਆਨਸਰ। ਕਲੀਅਰ ਹੈ ਜੀ ਇਹ ਚੀਜ਼। ਚਲੋ, ਡੈਸ਼ ਇਜ਼ ਦਾ ਕੈਮੀਕਲ ਨੇਮ ਆਫ ਵਿਟਾਮਿਨ ਸੀ, ਸਾਰਿਆਂ ਨੂੰ ਪਤਾ ਹੋਵੇਗਾ, ਐਸਕੋਰਬਿਕ ਐਸਿਡ। 1919 ਤਾਂ 1909 ਪੜ੍ਹਦੇ ਆ, ਮੋਰਲੇ ਮਿੰਟੋ ਜਾਂ ਮਿੰਟੋ ਮੋਰਲੇ। 1919 ਮੌਂਟੈਗ ਕੈਮਸਫੋਰਡ ਰਿਫਾਰਮਸ, ਅਦਰ ਵਿੱਚ ਵੀ ਪੁੱਛਿਆ ਜਾਂਦਾ ਹੈ, ਮੌਂਟੈਗ ਕੈਮਸਫੋਰਡ ਰਿਫਾਰਮਸ ਕਦੋਂ ਹੋਏ ਸੀ? 1909, 1919, 1935, ਤਾਂ ਪਤਾ ਹੋਣਾ ਚਾਹੀਦਾ ਹੈ। If two substances react and the temperature of the mixture increases, the reaction is, ਤਾਂ ਸਾਇੰਸ ਦਾ ਬੇਸਿਕ ਜਿਹਾ ਕੁਐਸਚਨ ਹੈ ਜੀ ਐਗਜ਼ੋਥਰਮਿਕ। ਪੜ੍ਹਦੇ ਨਾ ਆਪਾਂ, when energy is released exothermic, required ਜਾਂ absorbed ਤਾਂ endothermic, ਬਹੁਤ ਹੀ ਬੇਸਿਕ ਕੁਐਸਚਨ। ਮਿਲਕ ਦੇ ਵਿੱਚ ਕਿਹੜਾ ਐਸਿਡ ਹੁੰਦਾ ਜੀ? ਲੈਕਟਿਕ ਐਸਿਡ, ਬਹੁਤ ਹੀ ਬੇਸਿਕ। while traveling from east to west one can remain, ਥੋੜਾ ਜਿਹਾ ਔਖਾ ਕੁਐਸਚਨ ਹੈ ਇਹ, ਠੀਕ ਹੈ, ਜੇ ਬੇਸਿਕ ਤੁਹਾਡੇ ਨਹੀਂ ਵਧੀਆ ਤਾਂ ਇਹ ਥੋੜਾ ਜਿਹਾ ਔਖਾ ਕੁਐਸਚਨ ਹੈਗਾ। ਤਾਂ ਜੇ ਆਪਾਂ ਈਸਟ ਟੂ ਵੈਸਟ ਤੇ ਕਰ ਰਹੇ ਹਾਂ ਮੂਵ, ਤਾਂ ਇਹਦੇ ਉੱਤੇ ਤੁਸੀਂ ਆਪ ਵਰਕ ਕਰੋ, ਦੇਖੋ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ, ਕਿਉਂ ਹੋਣਾ ਚਾਹੀਦਾ ਹੈ, ਕਮੈਂਟਸ ਦੇ ਵਿੱਚ ਦੱਸੋ। ਬਾਈਫੋਕਲ ਲੈਂਸ ਇਜ਼ ਯੂਜ਼ਡ ਬਾਈ ਅ ਪਰਸਨ ਹੂ ਹੈਜ਼, ਤਾਂ ਇਹਨੂੰ ਐਜ਼ ਇਟ ਇਜ਼ ਯਾਦ ਕਰ ਲਓ। ਹੁਣ ਬਾਈਫੋਕਲ ਲੈਂਸ ਕੀ ਹੁੰਦਾ ਹੈ, ਕਿਉਂ ਯੂਜ਼ ਕੀਤਾ ਜਾਂਦਾ ਹੈ, ਪ੍ਰੈਸ ਬਾਇਓਪੀਆ ਕੀ ਹੁੰਦਾ ਹੈ, ਛੱਡ ਸਕਦੇ ਹੋ। ਕੁਐਸਚਨ ਨੂੰ ਐਜ਼ ਇਟ ਇਜ਼ ਯਾਦ ਕਰ ਲਓ, ਯਾਦ ਰਹਿ ਜਾਏਗਾ, ਸੇਮ ਆਪਸ਼ਨਸ ਆਣਗੇ, ਸੇਮ ਕੁਐਸਚਨ ਆਏਗਾ, ਤੁਹਾਡਾ ਸਹੀ ਹੋ ਜਾਏਗਾ। ਤਾਂ ਮੈਂ ਕਹਿੰਦਾ ਹੂੰ ਨਾ, ਕਾਫੀ ਜਗ੍ਹਾ ਦੇ ਉੱਤੇ ਆਪਾਂ ਨੂੰ ਇਹ ਵੀ ਚੀਜ਼ ਹੋ ਜਾਂਦੀ ਹੈ ਕਿ ਆਪਾਂ ਨੂੰ ਚੀਜ਼ ਸਮਝ ਨਹੀਂ ਆਉਂਦੀ ਪਰ ਕੁਐਸਚਨ ਸਹੀ ਕਰ ਜਾਂਦੇ ਆ, ਤਾਂ ਬੈਨੀਫਿਟ ਹੋ ਜਾਂਦਾ ਜੀ ਇਹਦਾ ਵੀ। ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਇਹ ਚੀਜ਼ ਵੀ ਹੁੰਦੀ ਹੈ ਤੇ ਕਰਨੀ ਵੀ ਚਾਹੀਦੀ ਹੈ। ਟਾਈਮ ਬਚਾਓ, ਨੰਬਰ ਕਮਾਓ। ਚਲੋ, ਦ ਫਰਸਟ ਬੈਟਲ ਆਫ ਪਾਨੀਪਤ, ਬੱਚਾ ਜਾਣਦਾ। ਨਾਈਟ੍ਰੋਜਨ constitutes about 78% of the atmosphere। ਕਈ ਵਾਰ ਇਹ ਜਿਹਾ ਬੇਸਿਕ ਜਿਹਾ ਕੁਐਸਚਨ ਨਾ ਕਨਫਿਊਜ਼ ਹੋ ਜਾਂਦਾ, ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਕਰ ਦਿੰਦਾ, ਤਾਂ ਇਹਨਾਂ ਉੱਤੇ ਥੋੜਾ ਜਿਹਾ ਜ਼ਿਆਦਾ ਫੋਕਸ ਕਰੇਗਾ, ਥੋੜਾ ਜਿਹਾ ਜ਼ਿਆਦਾ, ਠੀਕ ਹੈ। ਤਾਂ ਬਾਈ ਵੋਲਿਊਮ ਆਏਗਾ ਆਨਸਰ।
ਇਹ ਤਾਂ ਹੁਣ ਸਾਰਿਆਂ ਨੂੰ ਪਤਾ ਵੀ ਨਾਈਟ੍ਰੋਜਨ ਸਭ ਤੋਂ ਜ਼ਿਆਦਾ ਅਬਾਊਟ 78% ਹੈਗੀ ਹੈ, ਪਰ ਬਾਈ ਵੋਲਿਊਮ ਹੈ। ਜੇ ਰੀਸੈਂਟਲੀ ਨਹੀਂ ਪੜਿਆ ਹੋਏਗਾ ਨਾ ਤਾਂ ਉੱਥੇ ਜਾ ਕੇ ਦਿਮਾਗ ਨਹੀਂ ਲਾ ਪਾਉਂਗੇ। लो ये तो जमा ही बच्चा वाला क्वेश्चन आ गया जी, मोहिंजोदड़ो, क्योंकि आप इंडस वैली सिविलाइजेशन ਨੂੰ मोहिंजोदड़ो भी कह ਦਿੰਦੇ ਆ, ਸਭ ਤੋਂ ਪਹਿਲਾਂ ਆਈ ਸੀ। ਉਸ ਤੋਂ ਬਾਅਦ ਹੈਗਾ ਜੀ ਹਾਂ ਤਾਂ ਆਪਾਂ ਨੇ ਐਜੂਕੇਸ਼ਨ ਵਾਲਾ ਪੜਿਆ ਹੋਇਆ ਵੀ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਵੀ ਹੈ, ਫੰਡਾਮੈਂਟਲ ਰਾਈਟ ਵੀ ਹੈ, ਫੰਡਾਮੈਂਟਲ ਡਿਊਟੀਜ਼ ਵੀ ਹੈ। ਤਾਂ ਆਬਵੀਅਸਲੀ ਇਹ ਸਾਰਿਆਂ ਨੂੰ ਆਂਦਾ ਹੋਏਗਾ। ਕਨਸਟੀਟਿਊਸ਼ਨਲ ਅਮੈਂਡਮੈਂਟ ਵੀ ਇਹਦੇ ਵਿੱਚ ਪੜ੍ਹਦੇ ਆਪਾਂ 86 2002। ब्रिटिश इंट्रोड्यूस इन पंजाब, which of the following revenue settlements did the British introduce in Punjab? महलवाड़ी, पंजाब ਦੇ ਵਿੱਚ ਕਿਹੜਾ ਸਿਸਟਮ ਸਟਾਰਟ ਕੀਤਾ ਸੀ ਬ੍ਰਿਟਿਸ਼ਰਸ ਨੇ? महलवाड़ी, ਰਿਓਤਵਾੜੀ, ਜ਼ਮੀਨਦਾਰੀ। ਦੇ ਵਿੱਚ ਆਪਾਂ ਨਾਂ ਦੇ ਬਰਾਬਰ ਡਾਟਾ ਪੜ੍ਹਦੇ ਆ ਤੇ ਉਸ ਚੋਂ ਹੀ ਹਮੇਸ਼ਾ ਰਿਪੀਟ ਹੁੰਦਾ ਹੈ। ਤਾਂ ਇਹਦੇ ਵਿੱਚ ਜਿਹੜਾ ਹੈਗਾ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਜੀ। महलवाड़ी, महलवाड़ी ਸਿਸਟਮ ਕੀ ਹੁੰਦਾ ਹੈ, ਰਿਓਤਵਾੜੀ ਸਿਸਟਮ ਕੀ ਹੁੰਦਾ ਹੈ ਤੇ ਜ਼ਮੀਨਦਾਰੀ ਸਿਸਟਮ ਕੀ ਹੁੰਦਾ ਹੈ। ਉਮੀਦ ਕਰਦਾ ਤੁਹਾਨੂੰ ਪਤਾ ਹੋਏਗਾ, ਲੈਕਚਰ ਸੁਣ ਸਕਦੇ ਹੋ ਹਿਸਟਰੀ ਦਾ। ਬਾਇਓਡਾਇਵਰਸਿਟੀ ਹੌਟਸਪੌਟ, ਤਾਂ ਬਾਇਓਡਾਇਵਰਸਿਟੀ ਹੌਟਸਪੌਟ ਇਹਨਾਂ ਦੇ ਵਿੱਚੋਂ ਕੀ ਹੈ ਜੀ? ਹੌਟਸਪੌਟਸ ਤਾਂ ਆਪਾਂ ਬੇਸਿਕਲੀ ਪੜ੍ਹਦੇ ਹੀ ਆ, 4 ਕਿਹੜੇ ਹੁੰਦੇ ਨੇ। ਤਾਂ ਇਹਨਾਂ ਦੇ ਵਿੱਚੋਂ ਕਿਹੜੇ ਹੈਗੇ ਨੇ ਬਾਇਓਡਾਇਵਰਸਿਟੀ ਹੌਟਸਪੌਟਸ? 1 ਐਂਡ 3 ਵੈਸਟਰਨ ਘਾਟਸ ਹੈਗੇ ਨੇ, ਈਸਟਰਨ ਹਿਮਾਲਿਆ ਹੈਗੇ ਨੇ। ਤਾਂ ਵੈਸਟਰਨ ਘਾਟਸ, ਈਸਟਰਨ ਹਿਮਾਲਿਆ हॉटस्पॉट्स उम्मीद करदा पता होएगा की हुंदा है ते केड़े-केड़े ने इंडिया च भी पता होएगा। वेस्टर्न घाट्स, ईस्टर्न हिमालयस, बहुत ही बेसिक एनवायरनमेंट का क्वेश्चन। फिर रिपीट कर देना जी, वेस्टर्न घाट्स ते ईस्टर्न हिमालयस। उस तो बाद हैगा जी हीटरोट्रॉप्स, तो ऑटोट्रॉप्स, हीटरोट्रॉप्स ए जे क्वेश्चंस तो पता ही होंगे जी। कंज्यूमर्स हुंदे ने हीटरोट्रॉप्स इन एन इकोसिस्टम, ऑटोट्रॉप्स अपने आप बनांदे ने, ठीक है कि नहीं? तो वो प्रोड्यूसर्स हुंदे ने, हीटरोट्रॉप्स कंज्यूमर्स ਹੁੰਦੇ ਨੇ, ਜਿਹੜੇ ਬਣਾਉਂਦੇ ਆ ਉਹਨੂੰ ਪ੍ਰੋਡਿਊਸਰ ਕਹਿ ਦਿੰਦੇ ਆ, ਜਿਹੜੇ ਉਹਨੂੰ ਖਾ ਜਾਂਦੇ ਨੇ ਕੰਜ਼ਿਊਮ ਕਰ ਲੈਂਦੇ ਨੇ ਕੰਜ਼ਿਊਮਰਸ ਹੁੰਦੇ ਨੇ। ਫਿਰ ਆ ਗਿਆ ਜੀ ਮੈਟਲਸ ਦੀਆਂ ਪ੍ਰੋਪਰਟੀਆਂ। ਤਾਂ ਮੈਟਲਸ ਦੀਆਂ ਪ੍ਰੋਪਰਟੀਆਂ ਤੁਹਾਡੇ ਸਾਹਮਣੇ ਰਿਪੀਟ ਹੋ ਗਈਆਂ। ਦਾਦਾ ਸਾਹਿਬ ਨਰੋਜੀ ਰੋਟ ਅ ਡਿਟੇਲਡ ਕ੍ਰਿਟਿਕ ਆਫ ਮੋਸਟ ਰਿਪੀਟਡ ਡਰੇਨਸ ਆਫ ਵੈਲਥ। ਤਾਂ ਦਾਦਾ ਭਾਈ ਨਰੋਜੀ ਬਾਰੇ ਤੁਹਾਨੂੰ ਮੈਂ ਕਿਹਾ ਹੋਇਆ ਜੀ ਵੀ ਜੋ ਵੀ ਆਂਦਾ ਇੰਪੋਰਟੈਂਟ ਹੁੰਦਾ। ਮਹਾਤਮਾ ਗਾਂਧੀ ਜੀ ਬਾਰੇ ਜੋ ਵੀ ਆਂਦਾ ਬਹੁਤ ਇੰਪੋਰਟੈਂਟ ਹੁੰਦਾ। ਇਹੀ 15-20 ਪਰਸਨੈਲਿਟੀਜ਼ ਨੇ ਕਿ ਤੁਸੀਂ ਕੋਈ ਵੀ ਟੌਪਿਕ ਪੜ੍ਹ ਰਹੇ ਹੋ, ਕੋਈ ਵੀ ਸਬਜੈਕਟ ਪੜ੍ਹ ਰਹੇ ਹੋ, ਜੇ ਉਹਨਾਂ ਦਾ ਨਾਮ ਆ ਗਿਆ ਤਾਂ ਉਹ ਡਾਟਾ ਇੰਪੋਰਟੈਂਟ ਹੋ ਗਿਆ। ਮਤਲਬ ਤੁਸੀਂ ਮੰਨ ਲਓ ਹੁਣ ਪੋਲਿਟੀ ਪੜ੍ਹ ਰਹੇ ਹੋ ਜਾਂ ਹਿਸਟਰੀ ਪੜ੍ਹ ਰਹੇ ਹੋ, ਜੇ ਮਹਾਤਮਾ ਗਾਂਧੀ ਜੀ ਬਾਰੇ ਕੁਝ ਆ ਗਿਆ ਤਾਂ ਉਹ ਬਹੁਤ ਇੰਪੋਰਟੈਂਟ ਹੈ, ਬਹੁਤ ਹੀ ਐਕਸਪੈਕਟਿਡ ਹੈ ਵੀ ਪੇਪਰ 'ਚ ਆਏਗਾ। ਤਾਂ ਉਹਦੇ ਉੱਤੇ ਬਹੁਤ ਜ਼ਿਆਦਾ ਫੋਕਸ ਕਰਨ ਦੀ ਰਿਕੁਆਇਰਮੈਂਟ ਹੁੰਦੀ ਹੈ। ਹਾਂ, ਇਹਦਾ ਮਤਲਬ ਇਹ ਬਿਲਕੁਲ ਨਹੀਂ ਵੀ ਤੁਹਾਨੂੰ ਮਹਾਤਮਾ ਗਾਂਧੀ ਜੀ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ ਜਾਂ ਦਾਦਾ ਭਾਈ ਨਰੋਜੀ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ ਵੀ ਤੁਸੀਂ ਉਹਨੂੰ ਜਿਹੜਾ ਹੈਗਾ ਵਿਕੀਪੀਡੀਆ ਤੇ ਪੜ੍ਹਨ ਲੱਗ ਗਏ, ਉਹਦੇ ਬਾਰੇ ਕਿਤਾਬਾਂ ਪੜ੍ਹਨ ਲੱਗ ਗਏ, ਉਹਦੀ ਰਿਕੁਆਇਰਮੈਂਟ ਨਹੀਂ ਹੈ। ਤੁਸੀਂ ਜੋ ਵੀ ਜਨਰਲੀ ਪੜ੍ਹਦੇ ਹੋ, ਜੇ ਉਹਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਤਾਂ ਉਹ ਚੀਜ਼ ਇੰਪੋਰਟੈਂਟ ਹੁੰਦੀ ਹੈ, ਉਹ ਤੇ ਜ਼ਿਆਦਾ ਫੋਕਸ ਕਰਨਾ ਹੁੰਦਾ। ਲੋ ਫਿਰ ਆ ਗਈ ਗਦਰ ਪਾਰਟੀ। ਤਾਂ ਹੁਣ ਤੁਹਾਡੇ ਸਾਹਮਣੇ ਹੈ ਜੀ, ਤੁਸੀਂ ਦੇਖ ਹੀ ਰਹੇ ਹੋ ਕਿ ਕੁਐਸਚਨਸ ਕਿਵੇਂ ਰਿਪੀਟ ਹੋ ਰਹੇ ਨੇ ਪੀਪੀਐਸਸੀ ਦੇ ਵਿੱਚ। ਤਾਂ ਕੁਐਸਚਨ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਪੀਪੀਐਸਸੀ ਰਿਪੀਟ ਕਰਦੀ ਹੈ, PSSS भी बहुत कर दी है, सारी करते हैं जी। The equilibrium price in the market is the price at which the quantity demanded is just equal to the quantity supplied, ठीक है जी। The quantity demanded is just equal to the quantity supplied। तो फिर पढ़ लेना इकोनॉमी का बेसिक हैगा इक्विलिब्रियम। हुण इक्विलिब्रियम नहीं है, हुण भी इक्विलिब्रियम नहीं है, हुण इक्विलिब्रियम हैगा, नाम तो ही क्लियर है। तो वही चीज है जी, द क्वांटिटी डिमांडेड इज जस्ट इक्वल टू द क्वांटिटी सप्लाइड। जितनी डिमांड उतनी सप्लाई बराबर इक्वल, नाम तो भी क्लियर हो सकता है। हु वाज द लास्ट मुगल एम्परर बहादुर शाह जफर एग्जाइल्ड बाय द ब्रिटिश। तो इसका आंसर की है जी रंगून। वेयर वाज द, सॉरी, जो लास्ट मुगल एम्परर सीगा बहादुर शाह जफर, तो ये तो जी पता ही होएगा जी, बहुत ही ईजी है। रंगून पढ़ते हैं आप। साइमन कमीशन, तो साइमन कमीशन बारे ਆਪਾਂ ਕੀ ਪੜ੍ਹਦੇ ਆ ਜੀ? ਸਾइमन कमीशन ਕਦੋਂ ਬਣਿਆ? 1927। ਕਦੋਂ ਇੰਡੀਆ ਚ ਆਇਆ? 1928। ਕਿੰਨੇ ਮੈਂਬਰ ਸੀਗੇ? 7 ਸੀਗੇ। ਕਿਉਂ ਵਿਰੋਧ ਕੀਤਾ ਗਿਆ? ਕਿਉਂਕਿ ਇਸ ਚ ਕੋਈ ਵੀ ਇੰਡੀਅਨ ਨਹੀਂ ਸੀਗਾ। ਸਾइमन ਕਮਿਸ਼ਨ ਜਿਹੜਾ ਹੈਗਾ ਕੀ ਕਰਨ ਆਇਆ ਸੀਗਾ? 1919 ਐਕਟ ਨੂੰ ਕਰਨ ਆਇਆ ਸੀਗਾ, ਰਿਵਿਊ ਕਰਨ ਆਇਆ ਸੀਗਾ।
28 ਦੇ ਵਿੱਚ ਕੀ ਹੋਇਆ ਸੀਗਾ, ਲਾਠੀ ਚਾਰਜ ਹੋਇਆ ਸੀਗਾ। ਲਾਠੀ ਚਾਰਜ ਦੇ ਵਿੱਚ ਕੀ ਹੋਇਆ ਸੀਗਾ, ਡੈਥ ਹੋ ਗਈ ਸੀ ਲਾਲਾ ਲਾਜਪਤ ਰਾਏ ਦੀ। ਕਿਹਨੇ ਆਰਡਰ ਦਿੱਤੇ ਸੀਗੇ, ਇਹ ਵੀ ਪਤਾ ਹੋਣਾ ਚਾਹੀਦਾ ਹੈ। ਕਿਹਨੇ ਬਦਲਾ ਲਿੱਤਾ ਸੀ, ਇਹ ਵੀ ਪਤਾ ਹੋਣਾ ਚਾਹੀਦਾ ਹੈ। ਕਦੋਂ ਡੈਥ ਹੋਈ ਸੀ, ਇਹ ਵੀ ਪਤਾ ਹੋਣਾ ਚਾਹੀਦਾ। ਤਾਂ ਐਵੇਂ ਕਰਿਆ ਕਰੋ। ਜਿਵੇਂ ਇੱਕ ਟੌਪਿਕ ਚੱਕ ਲਿਆ ਸਾਈਮਨ ਕਮਿਸ਼ਨ, ਤਾਂ ਉਹਨਾਂ ਬਾਰੇ ਤੁਹਾਨੂੰ ਸਾਰੀ ਚੀਜ਼ਾਂ ਪਤਾ ਹੋਣੀ ਚਾਹੀਦੀਆਂ। ਟੌਪਿਕ ਚੱਕ ਲਿਆ ਬੰਗਾਲ ਦੀ ਵੰਡ, ਉਹਨਾਂ ਬਾਰੇ ਜਿਹੜੇ 2-3 ਕੁਐਸਚਨਸ ਨੇ ਉਹ ਪਤਾ ਹੋਣੇ ਚਾਹੀਦੇ ਨੇ। ਟੌਪਿਕ ਚੱਕ ਲਿਆ ਜਲਿਆਂਵਾਲਾ ਬਾਗ, ਤਾਂ ਉਹਦੇ 4-5 ਕੁਐਸਚਨਸ ਪਤਾ ਹੋਣੇ ਚਾਹੀਦੇ ਨੇ। ਇਸ ਤਰ੍ਹਾਂ ਪੜੋ, ਆਰਡਰ 'ਚ ਪੜੋ, ਤਰੀਕੇ ਨਾਲ ਪੜੋ, ਤਾਂ ਗੱਲ ਬਣੇਗੀ। The gradual enrichment of lakes is known as, lakes ਦੇ ਵਿੱਚ enrichment ਹੋਣਾ मतलब enrichment ਜਿਵੇਂ ਨਿਊਟ੍ਰੀਐਂਟਸ ਬਹੁਤ ਜ਼ਿਆਦਾ ਨੇ, ਠੀਕ ਹੈ ਨਾ, ਵਿਟਾਮਿਨਸ ਬਹੁਤ ਜ਼ਿਆਦਾ ਨੇ, ਉਹਨੂੰ enrichment ਕਹਿੰਦੇ ਨੇ। मतलब ਉਹਦੇ ਵਿੱਚ beneficial ਚੀਜ਼ਾਂ ਬਹੁਤ ਜ਼ਿਆਦਾ ਨੇ, ਤਾਂ ਉਹਨੂੰ enrichment ਕਹਾਂਗੇ। ਬੇਸਿਕ ਟਰਮ ਹੈ enrichment, ਕਿਤੇ ਵੀ ਯੂਜ਼ ਹੋ ਸਕਦਾ ਹੈ। ਤਾਂ ਉਹਨੂੰ ਕਹਿੰਦੇ ਯੂਟ੍ਰੋਫਿਕੇਸ਼ਨ, ਜਿਵੇਂ ਸਾਲਟਸ ਬਹੁਤ ਜ਼ਿਆਦਾ ਨੇ ਮੰਨ ਲਓ, ਠੀਕ ਹੈ, ਤਾਂ ਯੂਟ੍ਰੋਫਿਕੇਸ਼ਨ। ਵਾਈ ਇਜ਼ ਰੈਡ ਲਾਈਟ ਇੰਪਲੋਰਡ, ਤਾਂ ਲਾਲ ਲਾਈਟ ਕਿਉਂ ਯੂਜ਼ ਹੁੰਦੀ ਹੈ ਜੀ? 7ਵੀਂ 8ਵੀਂ ਦਾ ਕੁਐਸਚਨ ਹੈ ਵੀ ਲਾਲ ਲਾਈਟ ਆਪਾਂ ਕਿਉਂ ਯੂਜ਼ ਕਰਦੇ ਹਾਂ? ਕਿਉਂਕਿ ਉਹ ਸਕੈਟਰ ਸਭ ਤੋਂ ਘੱਟ ਹੁੰਦੀ ਹੈ। ਤਾਂ ਡਾਊਟ ਆ ਸਕਦਾ ਵੀ ਮੋਸਟ ਐਂਡ ਲੀਸਟ, ਤਾਂ ਰੈਡ ਲਾਈਟ ਸਕੈਟਰ ਬਹੁਤ ਘੱਟ ਹੁੰਦੀ ਹੈ, ਮਤਲਬ ਸਿੱਧੀ ਜਾਂਦੀ ਹੈ। ਸਕੈਟਰ मतलब इधर उधर फैलना, सीधी मतलब सीधी, तो इधर उधर फैलेगी तो ऑब्वियसली प्रॉब्लम आएगी। जितनी चीज सीधी जा रही है उतनी दूर तक दिखेगी, तो लीस्ट होंगी है स्कैटर। द रिवेन्यू न्यूट्रल रेट फॉर जीएसटी, तो इनू एज इट इज पढ़ लो जी। हुण रिवेन्यू न्यूट्रल रेट की हुंदा, आपां इकोनॉमिस्ट नहीं बनन जा रहे, सिर्फ एज इट इज पढ़ लो, रिपीट होने की पॉसिबिलिटी ना दे बराबर है। द रेट एट विच द गवर्नमेंट कंटिन्यूज to receive same revenue from the proposed tax structure as in the prevalent tax structure। prevalent मतलब ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਹੈ, ਤਾਂ ਜਿਹੜਾ ਚੱਲ ਰਿਹਾ ਟੈਕਸ ਸਟਰਕਚਰ ਉਹਦੇ ਅਕੋਰਡਿੰਗ ਹੀ ਗਵਰਨਮੈਂਟ ਸੇਮ ਰਿਵੈਨਿਊ ਰਿਸੀਵ ਕਰਦੀ ਰਹਿੰਦੀ ਹੈ। ਜੋ ਪਹਿਲਾਂ ਚੱਲ ਰਿਹਾ ਉਸ ਹਿਸਾਬ ਸਿਰ ਜਿਹੜਾ ਹੈਗਾ ਰਿਵੈਨਿਊ ਰਿਸੀਵ ਕਰਦੇ ਰਹਿਣਾ, that is known as revenue neutral rate। which word completes the sentence water dash when it freezes? ਜਦੋਂ ਉਹ ਜੰਮ ਜਾਂਦਾ ਤਾਂ ਕੀ ਹੁੰਦਾ? ਸਭ ਤੋਂ ਜ਼ਿਆਦਾ ਗਲਤੀ ਹੋ ਸਕਦੀ ਹੈ ਇਸ ਕੁਐਸਚਨ 'ਚ। ਜਿਹੜੇ ਵੀ ਅੱਜ ਕੁਐਸਚਨ ਪੜੇ ਨੇ, ਇਸ ਕੁਐਸਚਨ ਗਲਤੀ ਹੋਣ ਦੇ ਪੂਰੇ ਚਾਂਸਸ ਨੇ, ਕਿਉਂਕਿ ਇਹਦਾ ਆਨਸਰ ਐਕਸਪੈਂਡ ਹੈ, ਕੰਟਰੈਕਟ ਨਹੀਂ ਹੈ। ਫਿਰ ਰਿਪੀਟ ਕਰ ਰਹੇ ਜੀ, ਵਾਟਰ ਐਕਸਪੈਂਡਸ when it freezes। ਬੰਦਾ ਕਹੂਗਾ ਵੀ ਇਹ ਫਰੀਜ਼ ਹੋ ਰਿਹਾ ਤਾਂ ਕੰਟਰੈਕਟ ਹੋ ਰਿਹਾ, ਪਰ ਵਾਟਰ ਐਕਸਪੈਂਡ ਹੁੰਦਾ। बहुत ही इंपॉर्टेंट क्वेश्चन। क्यों डिफिकल्ट है? नहीं, पर कंफ्यूजिंग है। जो अपना दिमाग लाओगे, नहीं पढ़िया होगा तो गलती करके आओगे। तो वाटर एक्सपेंड्स व्हेन इट फ्रीजेस, वाटर एक्सपेंड्स व्हेन इट फ्रीजेस। आ लो जी, फिर आ गया रावी चनाब। तो देख ही लो जी क्वेश्चन थोड़े सामने। आ लो, हैवी रेन करने वाले किहड़े हुंदे हैं जी? क्लाउड्स। तो हम कहते हैं क्यूमुलोनिम्बस। तो प्रोनाउंसिएशन कुछ भी हो सकती है, वर्ड ते फोकस करो। हुण ये नहीं है कि तुसीं ये सारिਆਂ बारे पढ़ रहे हो या किन्ने तरह के क्लाउड्स हुंदे ने, और की करदे ने, किवें बनदे ने, ਇਹੋ ਜਿਹਾ कुछ पढ़न की रिक्वायरमेंट नहीं है। सिर्फ हैवी रेन ਜਿਹੜੇ ਕਰਦੇ ਨੇ ਉਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, क्योंकि यही क्वेश्चन रिपीटेड है बस। न्यूक्लियर सप्लायर ग्रुप, ਇਹ ਵੀ ਫਿਰ ਜਿਹੜਾ ਹੈਗਾ ਜੀ एनएसजी ਦੇ ਵਿੱਚ ਕਿਹੜਾ ਨਹੀਂ ਹੈ। करंट अफेयर का क्वेश्चन है, इस टाइम पे केड़ा नहीं है, क्वेश्चन कुछ और आ सकता है। आ लो, तो हुण अनएम्प्लॉयमेंट बहुत तरह की हुंदी है, बट जिहड़ी आंदी है बहुत सालों तो आ रही है, वो आ रही है छुपी हुई बेरोजगारी। तो तुहानूं सिर्फ ये पता होना चाहिए, तो मैनूं उम्मीद है कि तुहानूं सारिआं नूं बहुत अच्छी तरह पता होएगा। हायरार्की ऑफ नीड्स, तो हुण मैनेजमेंट का पार्ट हैगा ये नहीं भी तुसीं सारिआं दी थ्योरीज पढ़न लग जाओ, सिर्फ ये थोड़ा जा वर्क कर लो। कई बार आ जाता है, वैसे आंदी उम्मीद घट है। हायरार्की ऑफ नीड्स किने थ्योरी दी सी? अब्राहम मैस्लो। तो हायरार्की ऑफ नीड्स थ्योरी किस द्वारा दी गई है? अब्राहम मैस्लो। सेकुलर स्टेट, तो ये जी बेसिक पॉलिटी, फर्स्ट लेक्चर, बेसिक टर्म्स। थोड़ा बहुत इंपॉर्टेंट है कि खादर फूड प्लेन्स नूं पंजाब दे की कहंदे आ? BET बेट, BET बेट। उस तो बाद है जी आर्यभट्ट। कौन सीगा? आर्यभट्ट तो जी ऑब्वियसली पता ही होगा कौन सीगा। इन्फ्लेशन इज अ सिचुएशन। इन्फ्लेशन का की मतलब है? देखो जी बेसिक क्लियर है तो वो मतलब सेंटेंसेस, डेफिनेशंस कुछ भी बना के दे सकते हैं, थोड़ा हो जाएगा।
ਤੇ ਇਨਫਲੇਸ਼ਨ ਮਹਿੰਗਾਈ ਸਾਰੇ ਸਮਝਦੇ ਹੋਣਗੇ ਕੀ ਇਹਦੀਆਂ ਡੈਫੀਨੇਸ਼ਨਸ ਹੋ ਸਕਦੀਆਂ ਇਹ ਵੀ ਸਮਝਦੇ ਹੋਣਗੇ। ਹੁਣ ਇਹਦੇ ਵਿੱਚ ਕੀ ਹੈਗਾ ਜੀ, ਫॉर द प्रोटेक्शन द राइट्स ऑफ द शेड्यूल्ड कास्ट इन इंडिया। वैसे ਇਹਦਾ ਆਨਸਰ ਸੀਗਾ ਟੂ ਮਚ ਮਨੀ ਚੇਜ਼ਿੰਗ ਟੂ ਫਿਊ ਗੁੱਡਸ। ਚੀਜ਼ਾਂ ਘਟ ਗਈਆਂ ਪੈਸਾ ਵਧ ਗਿਆ, ਆਬਵੀਅਸਲੀ ਰੇਟ ਵੀ ਵੱਧ ਜਾਣਗੇ। ਹੁਣ ਇਹਦੇ ਵਿੱਚ ਕੀ ਹੈਗਾ ਜੀ, ਲਾਜ਼ ਫॉर द प्रोटेक्शन ऑफ द राइट्स शेड्यूल्ड कास्ट इन इंडिया। ਤਾਂ ਇਹਨੂੰ ਵੀ ਐਜ਼ ਇਟ ਇਜ਼ ਪੜ੍ਹ ਲਓ ਵੀ ਤਿੰਨੋਂ ਹੀ ਸਹੀ ਨੇ ਕਿ ਤਿੰਨੋਂ ਹੀ ਗਲਤ ਨੇ। ਵਿਚ ਆਫ ਦ ਫॉलोइंग ਓਕੇ ठीक है, उम्मीद घट है पर रिपीट होने की। मैंबर्स तो बेसिक ग्रुप्स के मैंबर्स तुमने याद कराए हुए हैं, हैडक्वार्टर्स मैंबर्स पता होने चाहिए हैं। SCO ट्रक पढ़ते होंगे सीगे तो ऑब्वियसली जो मैथड याद है कदे भी प्रॉब्लम नहीं आएगी। तो जिन्ने भी बेसिक ग्रुप्स ने ਉਹਦੇ ਮੈਂਬਰਸ ਤੇ ਹੈਡਕੁਆਰਟਰ ਨੂੰ ਯਾਦ ਕਰਨ ਦਾ ਬਹੁਤ ਹੀ ਆਸਾਨ ਤਰੀਕਾ ਕਰਾਇਆ ਹੋਇਆ ਹੈ। ਹੁਣ ਉਸ ਤੋਂ ਬਾਅਦ ਜਿਹੜਾ ਰਿਟਸ, ਤਾਂ ਰਿਟਸ ਤੁਹਾਨੂੰ ਮੈਂ ਕਿਹਾ ਹੀ ਹੈ ਜੀ ਮੋਸਟ ਰਿਪੀਟਡ ਡਾਟਾ ਹੈਗਾ। ਤਾਂ 5 ਨੇ 5 ਬਾਰੇ 5 ਮਿੰਟ ਵੀ ਨਹੀਂ ਲੱਗਦੇ ਪੜਨ ਨੂੰ, ਪਰ ਹਮੇਸ਼ਾ ਲਈ ਯਾਦ ਰਹਿੰਦਾ ਤੇ ਹਮੇਸ਼ਾ ਲਈ ਬੈਨੀਫੀਸ਼ੀਅਲ ਰਹਿੰਦਾ। ਅਕੋਰਡਿੰਗ ਟੂ ਦਾ ਪ੍ਰੋਵੀਜ਼ਨ ਆਫ ਕਨਸਟੀਟਿਊਸ਼ਨ, ਤਾਂ ਤੁਹਾਨੂੰ ਮੈਂ ਕਿਹਾ ਜੀ ਜਾਂਦੇ ਜਾਂਦੇ ਪ੍ਰੀਐਮਬਲ ਦੇ ਫੰਡਾਮੈਂਟਲ ਡਿਊਟੀਜ਼ ਜ਼ਰੂਰ ਪੜ੍ਹ ਕੇ ਜਾਇਓ। ਤੁਹਾਨੂੰ ਪੂਰੀਆਂ ਯਾਦ ਨਹੀਂ ਹੋਣੀ ਚਾਹੀਦੀਆਂ, ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿਹੜੀ ਫੰਡਾਮੈਂਟਲ ਡਿਊਟੀ ਹੈ ਕਿਹੜੀ ਨਹੀਂ, ਆਪਸ਼ਨਸ ਚੋਂ ਯਾਦ ਆਣਾ ਚਾਹੀਦਾ। ਟੂ ਪ੍ਰਮੋਟ ਵਿਲੇਜ ਐਂਡ ਕਾਟੇਜ ਇੰਡਸਟਰੀਜ਼, ਤਾਂ ਇਹ ਆਪਣੀ ਫੰਡਾਮੈਂਟਲ ਡਿਊਟੀ ਨਹੀਂ ਹੈ। ਵਿਚ ਆਫ ਦਾ ਫॉलोइंग ਇਜ਼ ਨਾਟ ਵਨ ਆਫ ਦਾ ਕਮਾਂਡਸ ਆਫ ਦਾ ਇੰਡੀਅਨ ਆਰਮੀ, ਤਾਂ ਇੰਡੀਅਨ ਆਰਮੀ ਦੀ ਨਾਰਥ ਈਸਟਰਨ ਕਮਾਂਡ ਨਹੀਂ ਹੈ ਜੀ, ਪਰ ਇਹ ਤੁਹਾਨੂੰ ਆਉਣ ਦੀ ਉਮੀਦ ਘੱਟ ਹੈ। डिफेंस ਤੇ ਆਇਆ ਹੋਇਆ ਕੁਐਸਚਨ ਹੈ। ਵਿਚ ਆਫ ਦਾ ਫॉलोइंग ਇਜ਼ ਨਾਟ ਅ 에ਅਰ ਡਿਫੈਂਸ ਮਿਸਾਈਲ ਸਿਸਟਮ, ਤਾਂ 에ਅਰ ਡਿਫੈਂਸ ਤਾਂ ਪੜ੍ਹਦੇ ਆ ਜੀ ਬੇਸਿਕ ਆਪਾਂ, ਕੋਈ ਇਹੀ ਜੀ ਤਾਂ ਹੈ ਹੀ ਨਹੀਂ, ਪਤਾ ਹੀ ਹੈ। ਐਲੋਟ੍ਰੋਪਸ, ਤਾਂ ਕਾਰਬਨ ਦੇ ਐਲੋਟ੍ਰੋਪਸ ਮੇਨ ਡਾਇਮੰਡ, ਗ੍ਰੇਫਾਈਟ ਤੇ ਗ੍ਰਾਫੀਨ ਹੀ ਪੜ੍ਹਦੇ ਆ, ਕੋਲ ਨਹੀਂ ਹੈ, ਠੀਕ ਹੈ ਨਾ। ਡੈਫੀਸ਼ੀਐਂਸੀ ਆਫ ਫਲੋਰਾਈਡ ਲੀਡਸ ਟੂ ਵਿਚ ਵਨ ਆਫ ਦਾ ਫॉलोइंग ਹੈਲਥ ਪ੍ਰੋਬਲਮਸ, ਤਾਂ ਤੁਸੀਂ ਦੇਖੋ ਜੇ ਫਲੋਰਾਈਡ ਦੀ ਕਮੀ ਹੋ ਜੇ ਤਾਂ ਕਿਹੜੀ ਪ੍ਰੋਬਲਮ ਹੋਏਗੀ, ਟੂਥ ਕੇਰੀਜ਼, ਟੂਥ ਕੇਰੀਜ਼। ਤਾਂ ਉਮੀਦ ਕਰਦਾ ਸੁਣਿਆ ਹੋਏਗਾ, ਬਹੁਤ ਹੀ ਆਮ ਚੀਜ਼ ਆਪਾਂ ਕਹਿੰਦੇ ਨੇ ਨਾ, ਆਮ ਜੀ ਚੀਜ਼ ਹੈ, ਠੀਕ ਹੈ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਜੀ ਜਿੰਨੇ ਵੀ 55 ਪਲੱਸ ਪੇਪਰਸ ਨੇ ਉਹਦੇ ਚੋਂ ਜਿੰਨਾ ਵੀ ਰਿਪੀਟਡ ਤੇ ਰਿਕੁਆਇਰਡ ਡਾਟਾ ਹੈਗਾ ਉਹਨੂੰ ਅਲੱਗ ਕੀਤਾ ਹੋਇਆ। ਇਹ ਦੇਖੋ ਮੈਂ ਤੁਹਾਨੂੰ ਸ਼ੁਰੂ 'ਚ ਵੀ ਇਹੀ ਕਿਹਾ ਸੀਗਾ ਕਿ ਡਾਟਾ ਅਵੇਲੇਬਲ ਤਾਂ ਬਹੁਤ ਕਿਤੇ ਹੈ, ਸਾਰੇ ਸੋਰਸਿਸ ਤੇ ਪਿਆ ਹੋਏਗਾ, ਬਟ ਰੈਂਡਮ 'ਚ ਪਿਆ ਹੋਇਆ। ਉਹ ਜੇ ਕਰੋਗੇ ਤਾਂ ਆਬਵੀਅਸਲੀ ਕਰਨਾ ਤਾਂ ਹੈ, ਕਰੇ ਬਿਨਾਂ ਤਾਂ ਚੱਲਣਾ ਹੀ ਨਹੀਂ। ਉਹਦੇ ਨਾਲ ਕੀ ਹੋਏਗਾ, ਤੁਹਾਡਾ ਟਾਈਮ ਬਹੁਤ ਕੰਜ਼ਿਊਮ ਹੋਏਗਾ। ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਕੀ ਕੀਤਾ, ਸਾਰੇ ਪੇਪਰਸ ਐਵੇਂ ਮਰਜ਼ੀ ਕਰਤੇ ਜਿੰਨੇ ਵੀ PPSC ਦੇ ਪੇਪਰਸ ਨੇ। ਉਸ ਤੋਂ ਬਾਅਦ ਕੀ ਕੀਤਾ, ਇਹਦੇ ਵਿੱਚੋਂ ਵੀ ਰੈਲੇਵੈਂਟ ਕੁਐਸਚਨਸ ਕੱਢੇ ਜਿਹੜੇ ਕਿ ਹੁਣ ਤੁਹਾਨੂੰ ਰਿਪੀਟ ਹੋ ਸਕਦੇ ਨੇ, ਕਿਉਂਕਿ ਇਹਦੇ ਵਿੱਚ ਇਰਰੈਲੇਵੈਂਟ ਡਾਟਾ ਬਹੁਤ ਜ਼ਿਆਦਾ ਹੈ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਉਹਨਾਂ ਦੇ ਆਨਸਰਸ ਵੀ ਹਾਈਲਾਈਟ ਕਰਤੇ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਪੜ੍ਹਨ ਦੇ ਵਿੱਚ ਕੋਈ ਪ੍ਰੋਬਲਮ ਹੀ ਨਾ ਆਵੇ। ਪ੍ਰੋਬਲਮ ਨਾ ਆਵੇ ਮਤਲਬ ਤੁਹਾਡਾ ਟਾਈਮ ਬਿਲਕੁਲ ਵੀ ਐਕਸਟਰਾ ਨਾ ਲੱਗੇ। ਇਹ ਸਾਡੇ ਵੱਲੋਂ ਐਫਰਟਸ ਨੇ। ਤਾਂ ਜੇ ਤੁਸੀਂ ਨਾਇਬ ਤਹਿਸੀਲਦਾਰ ਦੀ ਤਿਆਰੀ ਕਰ ਰਹੇ ਹੋ, ਕੋਆਪਰੇਟਿਵ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ, ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਇਹ ਤੋਂ ਬਿਨਾਂ ਚੱਲਣਾ ਤਾਂ ਹੈ ਨਹੀਂ। ਹਾਂ ਜੇ ਤੁਸੀਂ ਇਹ ਕਰ ਚੁੱਕੇ ਹੋ ਫਿਰ ਤਾਂ ਆਬਵੀਅਸਲੀ ਤੁਹਾਨੂੰ ਰਿਕੁਆਇਰਮੈਂਟ ਨਹੀਂ ਹੈ, ਠੀਕ ਹੈ। ਤਾਂ ਮੈਂ ਉਮੀਦ ਕਰਦਾ ਜੀ ਨਾਇਬ ਤਹਿਸੀਲਦਾਰ ਦੇ ਲਾਸਟ ਟਾਈਮ ਐਫਰਟਸ ਬਹੁਤ ਵਧੀਆ ਚੱਲ ਰਹੇ ਹੋਣਗੇ, ਪਰ ਜਲਦੀ ਤੋਂ ਜਲਦੀ ਉਹਨੂੰ ਬਹੁਤ ਸਹੀ ਕਰ ਲਓ ਜੇ ਤੁਸੀਂ ਚਾਹੁੰਦੇ ਹੋ ਕਿ ਨਾਇਬ ਤਹਿਸੀਲਦਾਰ, ਕੋਆਪਰੇਟਿਵ ਇੰਸਪੈਕਟਰ ਜਾਂ ਕੋਈ ਵਧੀਆ ਜੀ ਸਰਕਾਰੀ ਨੌਕਰੀ ਲੈਣੀ। ਵਿਸ਼ ਯੂ ਆਲ ਦਾ ਬੈਸਟ, ਥੈਂਕ ਯੂ।